ਸ਼ਲੋਕ ਮਹੱਲਾ ਪੰਜਵਾ। ਗੁਰ ਨਾਨਕ ਹਰਿ ਨਾਮ ਦਿਰੜਾਇਆ, ਭੰਨਣ ਘੜਨ ਸਮਰੱਥ। ਪ੍ਰਭ ਸਦਾ ਸੰਭਾਲਹਿ ਮਿੱਤਰ ਤੂੰ, ਦੁਖ ਸਬਾਇਆ ਲੱਥ। ਮਹੱਲਾ ਪੰਜਵਾ। ਖੁਦਿਆਵੰਤ ਨਾ ਜਾਣਾਈ, ਲਾਜ ਕੁਲਾਜ ਕੁਬੋਲ। ਨਾਨਕ ਮੰਗੈ ਨਾਮ ਹਰ, ਕਰ ਕਿਰਪਾ ਸੰਜੋਗ। ਪੌੜੀ। ਹੁਣ ਇੱਥੇ ਪੌੜੀ ਨਾਲ ਨਾ ਇਕੱਲਾ ਪੰਜ ਅੰਗ ਆਇਆ ਤੇ ਨਾ ਮਹੱਲਾ ਪੰਜਵਾ ਆਇਆ। ਹੁਣ ਇੱਥੋਂ ਇਹੀ ਸਮਝਣਾ ਹੈ ਕਿ ਹੁਣ ਫੇਰ ਇਹ ਪੌੜੀਆਂ ਅੱਗੇ ਚੌਥੇ ਪਾਤਸ਼ਾਹ ਦੀਆਂ ਹੀ ਉਚਾਰਨ ਕੀਤੀਆਂ ਆ ਰਹੀਆਂ ਨੇ। ਹਾਂਜੀ। ਪੌੜੀ। ਜੇ ਵੇਹ ਕਰਮ ਕਮਾਵਦਾ, ਤੇ ਵੇਹ ਫਲ ਤੇ। ਚੱਪੇ ਤੱਤਾ ਲੋਹ ਸਾਰ, ਵਿੱਚ ਸੰਗੈ ਪਲ ਤੇ। ਘਤ ਗਲਾਵਾਂ ਚਾਲਿਆ, ਤਿਨ ਦੂਤ ਅਮਲ ਤੇ। ਕਾਈ ਆਸ ਨ ਪੁੰਨੀਆ, ਨਿਤ ਪਰਮਲ ਹਿਰਤੇ। ਕੀਆ ਨਾ ਜਾਣੈ ਅਕਿਰਤ ਘਾਣ, ਵਿੱਚ ਜੋਨੀ ਫਿਰਤੇ। ਸਭੇ ਧਿਰਾਂ ਨਿਖੁੱਟੀਅਸ, ਹਿਰ ਲਈਅਸ ਧਰ ਤੇ। ਵਿਜਨ ਕਲਹਿ ਨਾ ਦੇਵਦਾ, ਤਾਂ ਲਿਆ ਕਰਤੇ। ਜੋ ਜੋ ਕਰਤੇ ਅਹੰ ਮੇਉ, ਝੜ ਧਰਤੀ। ਜੋ ਜੋ ਕਰਤੇ ਅਹੰ ਮੇਉ, ਝੜ ਧਰਤੀ ਪੜਤੇ। ਪੜਤੇ ਪੋਲਾ ਪਾਠ ਜਿਵੇਂ ਕੀਤਾ ਗਿਆ ਹੈ, ਇੱਥੇ ਪੜਤੇ ਨਹੀਂ ਬੋਲਣਾ। ਜੋ ਜੋ ਕਰਤੇ ਅਹੰ ਮੇਉ, ਝੜ ਧਰਤੀ ਪੜਤੇ। ਜਿਹੜੇ ਜਿਹੜੇ ਵੀ ਅਹੰਕਾਰ ਕਰਦੇ ਨੇ ਉਹ ਝੜ ਕੇ ਧਰਤੀ 'ਤੇ ਪੈ ਜਾਂਦੇ ਨੇ, ਭਾਵ ਮੂਧੇ ਮੂੰਹ ਡਿੱਗਦੇ ਨੇ। ਇਉਂ ਪੜਤੇ ਪਾਠ ਕਰਨਾ, ਪੜ੍ਹਤੇ ਨਹੀਂ। ਹਾਂਜੀ। ਜੋ ਜੋ ਕਰਤੇ ਅਹੰ ਮੇਉ, ਝੜ ਧਰਤੀ ਪੜਤੇ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ, ਹਰ ਗੁਣ ਗਾਵੈ ਹਿਰਦੈ ਹਾਰ ਪਰੋਏ। ਪਵਿੱਤ ਪਾਵਨ ਪਰਮ ਵਿਚਾਰੀ, ਜੇ ਓਸ ਮਿਲੈ ਤਿਸ ਪਾਰ ਉਤਾਰੀ। ਅੰਤਰ ਹਰ ਨਾਮ ਵਾਸਨਾ ਸਮਾਣੀ, ਹਰ ਦਰ ਸੋਭਾ ਮਹਾ ਉੱਤਮ ਬਾਣੀ। ਜੇ ਪੁਰਖ ਸੁਣੈ ਸੋ ਹੋਇ ਨਿਹਾਲ, ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨ ਮਾਲ। ਮਹੱਲਾ ਚੌਥਾ। ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ, ਕੇ ਪੂਰੈ ਸਤਿਗੁਰ ਭਾਵੈ। ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਸਤਿਗੁਰ ਆਖੈ ਸੋ ਕਾਰ ਕਮਾਵਨ, ਸੋ ਜਪ ਕਮਾਵਹਿ। ਗੁਰ ਸਿੱਖਾਂ ਕੀ ਘਾਲ, ਸੱਚਾ ਥਾਇ ਪਾਵੈ। ਇਸ ਪੰਕਤੀ ਦੀਆਂ ਜਮਕਾਂ 'ਤੇ ਵਿਸ਼ਰਾਮ। ਮਹਾਰਾਜ ਫਰਮਾਉਂਦੇ ਨੇ, ਸਤਿਗੁਰ ਆਖੈ ਸੋ ਕਾਰ ਕਮਾਵਨ, ਸੋ ਜਪ ਕਮਾਵਹਿ। ਇਉਂ ਵਿਸ਼ਰਾਮ ਲੱਗੇਗਾ ਜੀ। ਗੁਰਸਿੱਖਾਂ ਕੀ ਘਾਲ, ਸੱਚਾ ਥਾਇ ਪਾਵੈ। ਹਾਂਜੀ। ਸਤਿਗੁਰ ਆਖੈ ਸੋ ਕਾਰ ਕਮਾਵਨ, ਸੋ ਜਪ ਕਮਾਵਹਿ। ਗੁਰ ਸਿੱਖਾਂ ਕੀ ਘਾਲ, ਸੱਚਾ ਥਾਇ ਪਾਵੈ। ਵਿਣ ਸਤਿਗੁਰ ਕੇ ਹੁਕਮੈ, ਜੇ ਗੁਰ ਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ। ਤਿਸ ਗੁਰ ਸਿੱਖ ਫਿਰ ਨੇੜ ਨਾ ਆਵੈ। ਹਾਂਜੀ। ਹੁਕਮੈ ਤੇ ਜਮਕ, ਲੋੜੇ ਤੇ ਵਿਸ਼ਰਾਮ। ਠੀਕ ਹੈ ਜੀ। ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ, ਤਿਸੇ ਅੱਗੇ ਗੁਰ ਸਿੱਖ ਕਾਰ ਕਮਾਵੈ। ਜੇ ਠੱਗੀ ਆਵੈ ਠੱਗੀ ਉਠ ਜਾਏ, ਤਿਸ ਨੇੜੇ ਗੁਰ ਸਿੱਖ ਮੂਲ ਨਾ ਆਵੈ। ਬ੍ਰਹਮ ਵਿਚਾਰ ਨਾਨਕ ਆਖ ਸੁਣਾਵੈ, ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ। ਸੋ ਜੰਤ ਮਹਾ ਦੁਖ ਪਾਵੈ, ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ। ਸੋ ਜੰਤ ਮਹਾ ਦੁਖ ਪਾਵੈ। ਪੌੜੀ। ਤੂੰ ਸੱਚਾ ਸਾਹਿਬ ਅਤ ਵੱਡਾ, ਤੂੰ ਹੈ ਜੀਵੜ ਤੂੰ ਵੱਡ ਵੱਡੇ। ਜਿਸ ਤੂੰ ਮਿਲ ਹੈ ਸੋ ਤੁਧ ਮਿਲੈ, ਤੂੰ ਆਪੇ ਬਖਸ਼ ਲੈ ਲੇਖਾ ਛੱਡੇ। ਜਿਸਨੋ ਤੂੰ ਆਪ ਮਿਲਾਇਦਾ, ਸੋ ਸਤਿਗੁਰ ਸੇਵੇ ਮਨ ਗੱਡ ਗੱਡੇ। ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜੀਉ ਪਿੰਡ ਚੰਮ ਤੇਰਾ ਹੱਡੇ। ਜਿਉ ਭਾਵੈ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ। ਸੁਧ। ਗੌੜੀ ਕੀ ਵਾਰ। ਮਹੱਲਾ ਪੰਜਵਾ। ਰਾਏ ਕਮਾਲ ਦੀ ਮੋਜ ਦੀ, ਕੀ ਵਾਰ ਕੀ ਧੁਨ ਉੱਪਰ ਗਾਵਣੀ। ਰਾਏ ਕਮਾਲ ਦੀ ਮੋਜ ਦੀ। ਦੀਨ ਦਾ ਨੰਨਾ ਸਤਿਗੁਰਾਂ ਨੇ ਨਹੀਂ ਲਿਖਿਆ। ਨਾਮ ਹਨ ਕਮਾਲ ਦੀਨ, ਮੋਜ ਦੀਨ।
ਨੰਨਾ ਲਿਖਤ ਵਿੱਚ ਸਤਿਗੁਰੂ ਜੀ ਨੇ ਇੱਥੇ ਨਹੀਂ ਲਿਆਂਦਾ। ਇਸ ਲਈ ਬਿੰਦੀ ਲਾ ਕੇ ਉਚਾਰਨ ਕਰਨਾ ਹੈ, ਰਾਏ ਕਮਾਲ ਦੀ ਮੋਜ ਦੀ। ਉਹ ਇਹਨਾਂ ਸੂਰਮਿਆਂ ਦਾ ਜਿਹੜਾ ਜੰਗ ਹੈ, ਇਹਨਾਂ ਦੀ ਜਿਹੜੀ ਧੁਨੀ ਹੈ, ਗਿਆਨੀ ਜੀ ਆਪ ਜੀ ਨਾਲ ਬਚਨ ਸਾਂਝਾ ਕਰ ਰਹੇ ਨੇ, ਸਰਵਣ ਕਰੋ ਜੀ। ਇਹ ਸਾਧ ਸੰਗਤ ਜੀ, ਰਾਏ ਕਮਾਲਦੀਨ ਤੇ ਰਾਏ ਸਾਰੰਗ ਦੋ ਭਾਈ ਸਨ ਜੋ ਅਕਬਰ ਬਾਦਸ਼ਾਹ ਨੂੰ ਟੈਕਸ ਦਿੰਦੇ ਸਨ, ਕਰ ਦਿੰਦੇ ਸਨ। ਤੇ ਸਾਰੰਗ ਦਾ ਪੁੱਤਰ ਮੌਜਦੀਨ ਸੀ, ਯਾਨੀ ਕਮਾਲਦੀਨ ਤੇ ਮੌਜਦੀਨ ਚਾਚਾ ਭਤੀਜਾ ਸਨ। ਪਹਿਲਾਂ ਕਮਾਲਦੀਨ ਨੇ ਸਾਰੰਗ ਦੇ ਖਿਲਾਫ ਐਸੀ ਸਾਜ਼ਿਸ਼ ਘੜੀ ਕਿ ਉਹਨੂੰ ਕੈਦ ਕਰਾ ਦਿੱਤਾ ਅਕਬਰ ਦੇ ਕੋਲ ਕਿ ਇਹ ਟੈਕਸ ਨਹੀਂ ਤਾਰ ਰਿਹਾ, ਜਾਂ ਇਸ ਤਰ੍ਹਾਂ ਦਾ ਕੋਈ ਇਲਜ਼ਾਮ ਲਾ ਕੇ ਦਿੱਲੀ ਕੈਦ ਕਰਵਾ ਦਿੱਤਾ। ਸਾਰੰਗ ਦੇ ਕਿਸੇ ਮਿੱਤਰ ਨੇ ਬਾਦਸ਼ਾਹ ਕੋਲ ਸਾਰੀ ਗੱਲ ਦੀ ਸਫਾਈ ਦੇ ਕੇ ਸਾਰੰਗ ਨੂੰ ਕੈਦ 'ਚੋਂ ਕਢਵਾ ਲਿਆ। ਜਦੋਂ ਕਮਾਲਦੀਨ ਨੂੰ ਪਤਾ ਲੱਗਾ ਕਿ ਸਾਰੰਗ ਜੇਲ੍ਹ 'ਚੋਂ ਛੁੱਟ ਆਇਆ ਹੈ, ਤਾਂ ਉਹਨੇ ਦੁਬਾਰਾ ਫਿਰ ਸਾਰੰਗ ਨਾਲ ਮਿੱਤਰਾਚਾਰੀ ਦਾ ਬਹਾਨਾ ਕਰਕੇ, ਪਿਆਰ ਸ਼ੋਅ ਕਰਕੇ, ਜ਼ਹਿਰ ਦੇ ਸ਼ਰਾਬ ਦੇ ਵਿੱਚ ਜ਼ਹਿਰ ਪਾ ਕੇ ਉਹਦੀ ਜਾਨ ਲੈ ਲਈ, ਉਹਨੂੰ ਮਾਰ ਦਿੱਤਾ। ਜਦੋਂ ਮੌਜਦੀਨ ਨੂੰ ਪਤਾ ਲੱਗਾ ਕਿ ਮੇਰੇ ਪਿਤਾ ਨੂੰ ਕਮਾਲਦੀਨ ਨੇ ਧੋਖੇ ਨਾਲ ਮਾਰਿਆ ਹੈ, ਤਾਂ ਮੌਜਦੀਨ ਨੇ ਕਮਾਲਦੀਨ 'ਤੇ ਚੜ੍ਹਾਈ ਕਰ ਦਿੱਤੀ। ਆਪਣੇ ਨਾਨਕਿਆਂ ਦੀ ਫੌਜ ਮੌਜਦੀਨ ਲੈ ਕੇ ਆਇਆ ਸੀ, ਅਤੇ ਉਸ ਫੌਜ ਨੇ ਕਮਾਲਦੀਨ ਨਾਲ ਯੁੱਧ ਹੋਇਆ, ਬੜਾ ਭਿਅੰਕਰ ਯੁੱਧ। ਉਸ ਯੁੱਧ ਦੀ ਜਿਹੜੀ ਵਾਰ ਸੀ ਉਹ ਢਾਡੀਆਂ ਨੇ ਗਾਈ। ਗੁਰੂ ਸਾਹਿਬ ਜੀ ਨੇ ਉਸ ਵਾਰ ਦੀਆਂ ਧੁਨਾਂ ਦੇ ਉੱਤੇ ਇਹ ਵਾਰ ਜਿਹੜੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਦੀ ਹੈ, ਛੇਵੇਂ ਪਾਤਸ਼ਾਹ ਨੇ ਇਸ ਤਰੀਕੇ ਨਾਲ ਗਾਉਣ ਦੀ ਹਦਾਇਤ ਕੀਤੀ ਹੈ। ਸੋ ਆਓ ਹੁਣ ਸਰਵਣ ਕਰੀਏ ਜੀ। ਗੌੜੀ ਕੀ ਵਾਰ ਮਹੱਲਾ ਪੰਜਵਾ। ਹਾਂਜੀ ਸਾਧ ਸੰਗਤ ਜੀ, ਜੋ ਉਹ ਕਮਾਲਦੀਨ ਤੇ ਮੌਜਦੀਨ ਦੇ ਜੰਗ ਦੀ ਵਾਰ ਹੈ, ਉਹ 5 ਪੰਗਤੀਆਂ ਦੀ ਪੌੜੀ ਢਾਡੀਆਂ ਨੇ ਉਹਨਾਂ ਸਮਿਆਂ ਵਿੱਚ ਗਾਈ, ਅਤੇ 5 ਪੰਗਤੀਆਂ ਦੀ ਹੀ ਪੌੜੀ ਇਸ ਵਾਰ ਦੇ ਵਿੱਚ ਆ ਰਹੀ ਹੈ। ਧੁਨੀ ਵੀ ਉਹੀ ਹੈ, ਅੱਖਰਾਂ ਦੀ ਪੌੜੀਆਂ ਦੀ ਚਾਲ ਵੀ ਉਹੀ ਹੈ। ਉਹ ਵੀ ਆਪ ਜੀ ਸਰਵਣ ਕਰ ਲਵੋ, ਉਹ ਵਾਰ ਕਿਹੜੀ ਹੈ ਜੀ। ਰਾਣਾ ਰਾਏ ਕਮਾਲਦੀਨ ਰਣ ਭਾਰਾ ਭਾਈ, ਮੌਜਦੀਨ ਤਲਵੰਡੀਓਂ ਚੜ੍ਹਿਆ ਲੈ ਸ਼ਾਹੀ, ਤੇ ਪਾਲੀ ਅੰਦਰ ਛਾਇਆ ਵਾਂਗ ਫੁੱਲਾਂ ਕਾਹੀ, ਫੌਜਾਂ ਆਮੋ ਸਾਹਮਣੇ ਨੇਜੇ ਚਲਕਾਹੀ, ਸੱਚ ਸੋਜੋ ਘਰ ਵਧਾਈਆਂ ਘਰ ਚਾਹੇ ਤਾਈ। ਇਹ 5 ਪੌੜੀਆਂ ਦੀ 5 ਪੰਗਤੀਆਂ ਦੀ ਵਾਰ ਹੈ ਜੀ, ਜਿਹੜੀ ਰਾਏ ਕਮਾਲਦੀਨ ਦੀ ਤੇ ਮੌਜਦੀਨ ਦੀ ਹੈ। ਹੁਣ ਇਸੇ ਹੀ ਤਰਜ ਉੱਪਰ, ਇਸੇ ਹੀ ਧੁਨ ਉੱਪਰ ਇਸ ਪੌੜੀ ਦੀਆਂ ਜੋ ਪੰਗਤੀਆਂ ਨੇ ਉਹ ਆਪਾਂ ਤੱਕਾਂਗੇ। ਜੋ ਤੁਧ ਭਾਵੈ ਸੋ ਭਲਾ, ਸੱਚ ਤੇਰਾ ਭਾਣਾ, ਤੂੰ ਸਭ ਮਹਿ ਏਕ ਵਰਤਦਾ, ਸਭ ਮਾਹੇ ਸਮਾਣਾ। ਪੰਗਤੀਆਂ ਵੀ 5 ਨੇ, ਚਾਲ ਵੀ ਉਹੀ ਹੈ। ਤਾਂ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਨੇ ਇੱਥੇ ਹਦਾਇਤ ਰੱਖੀ ਹੈ ਕਿ ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ। ਇਹ ਕਮਾਲ ਦੀ ਮੋਜ ਦੀ ਪਹਿਲਾਂ ਵੀ ਬੇਨਤੀ ਕੀਤੀ, ਬਿੰਦੀ ਲਾ ਕੇ ਇਹ ਲਮਕਾ ਕੇ ਬੋਲਣਾ ਹੈ ਜੀ। ਹਾਂਜੀ, ਮਹਿਰੋਂ ਵਾਲੇ ਬਾਬਿਆਂ ਨੂੰ ਬੇਨਤੀ ਆ ਵੀ ਦਸਮ ਦੇ ਚੰਗੇ ਵਿਦਵਾਨ ਨੇ ਤੇ ਛੰਦਾਬੰਦੀ ਦੀ ਵਿਚਾਰ ਰੱਖਦੇ, ਤੇ ਪੌੜੀ ਪੜ੍ਹ ਕੇ ਸੁਣਾਉਣ ਇੱਕ ਵਾਰੀ ਵੀ। ਪੌੜੀ ਪੜ੍ਹਨ ਦੀ, ਪੌੜੀ ਦੀ ਜਿਹੜੀ ਚਾਲ ਹੈ ਨਾ, ਉਹ ਕਿਸ ਤਰ੍ਹਾਂ ਦੇ ਨਾਲ। ਇੱਥੋਂ ਤੱਕ ਪੜ੍ਹ ਲਓ, ਫਿਰ ਪੜ੍ਹ ਲਾਂਗੇ। ਪੌੜੀ ਦੇ ਆ ਕੇ ਉਦੋਂ ਪੜ੍ਹਦੇ ਤਾਂ ਪੂਰਾ ਕਰ ਦਿਓ। ਪੌੜੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ। 8 ਪੰਗਤੀਆਂ ਵਾਲੀਆਂ ਵੀ ਪੌੜੀਆਂ, 6 ਪੰਗਤੀਆਂ ਵਾਲੀਆਂ ਵੀ, 5.5 ਪੰਗਤੀਆਂ ਵਾਲੀਆਂ ਪੌੜੀਆਂ ਵੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਇਹ ਕਰਮ ਹੈ, ਅਤੇ ਚੰਡੀ ਦੀ ਵਾਰ ਵਿੱਚ ਵੀ ਅਸੀਂ ਦੇਖਦੇ ਹਾਂ 4-4 ਪੰਗਤੀਆਂ ਦੀਆਂ ਪੌੜੀਆਂ ਵੀ ਆਈਆਂ ਹਨ। ਸੋ ਇਹਨਾਂ ਦੀਆਂ ਮਾਤਰਾਵਾਂ, ਛੰਦ ਜੋ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਗ੍ਰੰਥ ਰਚਿਆ ਹੈ ਗੁਰ ਛੰਦ ਦਿਵਾਕਰ, ਉਹਦੇ ਵਿੱਚ ਪੌੜੀ ਦੀਆਂ ਵੱਖ-ਵੱਖ ਵੰਨਗੀਆਂ, ਵੱਖੋ ਵੱਖ ਰੂਪ ਪੇਸ਼ ਕੀਤੇ ਹਨ। ਸੋ ਇਸੇ ਤਰ੍ਹਾਂ ਹੀ ਤਾਂ ਹੀ ਮਹਾਰਾਜ ਨੇ ਇਹ ਜਿਹੜੀਆਂ ਧੁਨਾਂ ਦਿੱਤੀਆਂ ਨੇ। ਜੇ ਇੱਕੋ ਤਰ੍ਹਾਂ ਦੀ ਹੁੰਦੀ ਤਾਂ ਇੱਕੋ ਵਾਰੀ ਮਹਾਰਾਜ ਦੱਸ ਦਿੰਦੇ ਵੀ ਇੱਦਾਂ ਗਾਣੀਆਂ ਸਾਰੀਆਂ। ਵੱਖੋ ਵੱਖ ਧੁਨਾਂ ਹਨ। 9 ਧੁਨਾਂ ਜਿਹੜੀਆਂ ਨੇ ਉਹਨਾਂ ਦੇ ਵਿਸ਼ੇਸ਼ ਕਰਕੇ ਸੰਕੇਤ ਇਹ ਦਿੱਤੇ ਹੈ ਵੀ ਇੱਕੋ ਜਿਹੇ ਨਹੀਂ। ਦੂਸਰੀ ਜਿਹੜੀ ਇਹ ਗਾ ਕੇ ਸੁਣਾਉਣ ਵਾਲਾ ਬਚਨ ਭਾਈ ਸਾਹਿਬ ਕਹਿ ਰਹੇ ਹੈ, ਇਹ ਢਾਡੀ ਜਦੋਂ
ਗਾਉਂਦੇ ਹਨ ਉਹਨਾਂ ਨੂੰ ਸੁਰ ਤਾਲ ਦਾ ਪੂਰਨ ਗਿਆਨ ਹੁੰਦਾ, ਉਸ ਹਿਸਾਬ ਨਾਲ ਉਹ ਇਹਦਾ ਸਾਜ਼ ਵਜਾ ਕੇ ਇਹਨੂੰ ਗਾਇਨ ਕਰਦੇ ਨੇ। ਸੋ 5 ਪੌੜੀਆਂ ਦੀ, 6 ਪੌੜੀਆਂ ਦੀ, 8 ਪੰਗਤੀਆਂ ਦੀ, 6 ਪੰਗਤੀਆਂ ਦੀ, 5 ਪੰਗਤੀਆਂ ਦੀ, 5.5 ਦੀ, ਇਸ ਤਰ੍ਹਾਂ ਇਹ ਪੌੜੀਆਂ ਹੁੰਦੀਆਂ ਨੇ। ਸੋ ਇੱਥੇ ਜਿਹੜੀ 5 ਪੰਗਤੀਆਂ ਵਾਲੀ ਪੌੜੀ ਹੈ, ਜਾਂ ਇਸ ਤਰ੍ਹਾਂ ਕਹਿ ਲਓ ਜਿਵੇਂ ਭਾਈ ਸਾਹਿਬ ਕਹਿ ਰਹੇ, ਜੋ ਤੁਧ ਭਾਵੈ ਸੋ ਭਲਾ ਸਚ ਤੇਰਾ ਭਾਣਾ, ਤੂੰ ਸਭ ਮੈਂ ਇੱਕ ਵਰਤਦਾ ਸਭ ਮਾਹੇ ਸਮਾਣਾ, ਥਾਨ ਥਨੰਤਰ ਰਵ ਰਿਆ ਜੀ ਅੰਦਰ ਜਾਣਾ, ਸਾਧ ਸੰਗ ਮਿਲ ਪਾਈਐ ਮਨ ਸੱਚੇ ਭਾਣਾ, ਨਾਨਕ ਪ੍ਰਭ ਸਰਨਾਗਤੀ ਸਦ ਸਦ ਕੁਰਬਾਣਾ। ਸੋ ਇਹ ਢਾਡੀਆਂ ਦਾ ਕੰਮ ਹੈ, ਸਾਡੇ ਕੋਲ ਤਾਂ ਇੰਨੀ ਸੁਰ ਲੱਗਦੀ ਨਹੀਂ। ਸੋ ਇੰਨਾ ਕੀ ਵਿਚਾਰ ਹੈ, ਅੱਗੇ ਜਿਵੇਂ ਭਾਈ ਸਾਹਿਬ ਦੱਸਣਗੇ। ਹਾਂਜੀ ਸਾਧ ਸੰਗਤ ਜੀ, ਪੌੜੀਆਂ ਦੀਆਂ ਕਿਸਮਾਂ ਬਹੁਤ ਨੇ, ਕਿਉਂਕਿ ਇਹ ਪੌੜੀਆਂ, ਇਹ ਵਾਰਾਂ, ਇਹ ਢਾਡੀ ਛੰਦ ਨੇ ਨਾ, ਅਤੇ ਢਾਡੀ ਛੰਦਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਤਰ੍ਹਾਂ ਦੀ ਛੰਦਾਬੰਦੀ ਹੁੰਦੀ ਹੈ। ਜਦੋਂ ਪਿੰਗਲ ਦੇ ਮੁਤਾਬਕ ਕਾਵਿ ਰਚਨਾ ਕੀਤੀ ਜਾਂਦੀ ਹੈ ਨਾ, ਤਾਂ ਕਾਵਿ ਰਚਨਾ ਦੇ ਨਿਯਮਾਂ ਮੁਤਾਬਕ ਕੋਈ ਵਰਣਿਕ ਛੰਦ ਹੁੰਦੇ ਨੇ, ਕੋਈ ਮਾਤਰਕ ਛੰਦ ਹੁੰਦੇ ਨੇ। ਗਿਣ ਮਿਣ ਕੇ ਅੱਖਰ ਅਤੇ ਗਿਣ ਮਿਣ ਕੇ ਲਗਾ ਮਾਤਰਾ ਲਾਈਆਂ ਜਾਂਦੀਆਂ, ਗਿਣਤੀ ਤੋਂ ਰਹਿਤ ਕੁਝ ਨਹੀਂ ਹੁੰਦਾ। ਜਿਹੜਾ ਵਰਣਕ ਛੰਦ ਹੋਵੇ ਉਹਦੇ ਵਿੱਚ ਅੱਖਰ ਗਿਣੇ ਜਾਂਦੇ ਨੇ ਕਿ ਇੱਕ ਪੰਗਤੀ ਵਿੱਚ ਅੱਖਰ ਕਿੰਨੇ ਆਉਣਗੇ, ਅਤੇ ਉਹ ਅੱਖਰ ਅੱਧ ਤੱਕ ਕਿੰਨੇ ਹੋਣਗੇ ਅਤੇ ਅੱਧ ਤੋਂ ਬਾਅਦ ਕਿੰਨੇ ਹੋਣਗੇ। ਜਿਹੜੇ ਮਾਤਰਕ ਛੰਦ ਨੇ ਉਹਦੇ ਨਾਲ ਅੱਖਰਾਂ ਦੇ ਨਾਲ ਨਾਲ ਮਾਤਰਾ ਵੀ ਗਿਣੀਆਂ ਜਾਂਦੀਆਂ ਨੇ ਕਿ ਕਿੰਨੀਆਂ ਮਾਤਰਾ ਲੱਗਣਗੀਆਂ, ਕਿੰਨੇ ਅੱਖਰ ਲੱਗਣਗੇ, ਮਾਤਰਾ ਵੀ ਕਿਹੜੇ ਹਿਸਾਬ ਨਾਲ ਲੱਗਣਗੀਆਂ, ਦੀਰਘ ਮਾਤਰਾ ਕਿਵੇਂ ਆਵੇਗੀ, ਲਘੂ ਮਾਤਰਾ ਕਿਵੇਂ ਆਵੇਗੀ। ਇਹ ਬਹੁਤ ਵੱਡਾ ਇੱਕ ਗਿਆਨ ਹੈ ਕਾਵਿ ਰਚਨਾ ਨੂੰ ਰਚਣ ਦਾ। ਆਪਾਂ ਸਤਿਗੁਰੂ ਮਹਾਰਾਜ ਦਸਮ ਪਿਤਾ ਜੀ ਦੀ ਪਾਵਨ ਬਾਣੀ ਵਿੱਚ ਅਨੇਕ ਰੂਪ ਛੰਦਾਬੰਦੀ ਦੇ ਤੱਕਦੇ ਹਾਂ, ਉੱਥੇ ਸਤਿਗੁਰਾਂ ਨੇ ਛੰਦਾਂ ਦੇ ਨਾਮ ਲਿਖੇ ਨੇ। ਅਤੇ ਇੱਥੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਅਨੇਕ ਪ੍ਰਕਾਰ ਦੇ ਛੰਦ ਹਨ, ਪਰ ਸਤਿਗੁਰਾਂ ਨੇ ਵੱਖਰੇ ਵੱਖਰੇ ਨਾਮ ਨਹੀਂ ਦਿੱਤੇ ਹੋਏ। ਇਹ ਗੁਰੂ ਕੀ ਮੌਜ ਹੈ। ਜਿਵੇਂ ਗਿਆਨੀ ਜੀ ਨੇ ਦੱਸਿਆ, ਪੌੜੀ ਦੀਆਂ ਅਨੇਕਾਂ ਹੀ ਚਾਲਾਂ ਨੇ। ਮਹਾਨ ਕੋਸ਼ ਵਿੱਚੋਂ ਵੀ ਆਪ ਜੀ ਵੇਖ ਸਕਦੇ ਹੋ, ਪੌੜੀ ਦੀਆਂ ਅਨੇਕਾਂ ਚਾਲਾਂ ਭਾਈ ਕਾਹਨ ਸਿੰਘ ਜੀ ਨੇ ਉੱਥੇ ਵੀ ਲਿਖੀਆਂ ਹੋਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵੀ ਜੇ ਆਪਾਂ ਪੜ੍ਹ ਲਈਏ ਨਾ, ਤਾਂ 22 ਵਾਰਾਂ ਹੀ ਪੜ੍ਹ ਕੇ ਵੇਖ ਲਈਏ, ਪੌੜੀ ਦੀਆਂ ਚਾਲਾਂ ਵੱਖਰੀਆਂ ਵੱਖਰੀਆਂ ਆਉਂਦੀਆਂ ਨੇ। ਸੂਰਮਿਆਂ ਨੇ ਜਿਨ੍ਹਾਂ ਯੋਧਿਆਂ ਦੀਆਂ ਵਾਰਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਸੁਣਾਈਆਂ ਢਾਡੀਆਂ ਨੇ, ਉਹਨਾਂ ਢਾਡੀਆਂ ਦੀਆਂ ਵਾਰਾਂ ਦੀ ਚਾਲ ਦੇ ਹਿਸਾਬ ਨਾਲ, ਜਿਹੜੀ ਚਾਲ ਗੁਰਬਾਣੀ ਦੀਆਂ ਵਾਰਾਂ ਦੇ ਵਿੱਚੋਂ ਨਾਲ ਜੁੜਦੀ ਹੈ, ਫਿੱਟ ਬੈਠਦੀ ਹੈ, ਮਹਾਰਾਜ ਜੀ ਨੇ ਉਹਨਾਂ ਧੁਨਾਂ 'ਤੇ ਉਹ ਵਾਰਾਂ ਗਾਉਣ ਦੀ ਹਦਾਇਤ ਇਉਂ ਢਾਡੀ ਜਨਾਂ ਨੂੰ ਜਾਂ ਰਾਗੀ ਜਨਾਂ ਨੂੰ ਕਹਿ ਲਈਏ ਕੀਤੀ ਹੋਈ ਹੈ। ਸੰਪੂਰਨ ਤੌਰ 'ਤੇ ਜਿਵੇਂ ਗਿਆਨੀ ਜੀ ਨੇ ਥੋੜ੍ਹੀ ਸੁਰ ਗਾ ਕੇ ਵੀ ਸੁਣਾਈ ਹੈ। ਸੋ ਇਸ ਪ੍ਰਕਾਰ ਜਿਹੜਾ ਹਾਂਜੀ ਅਨੇਕ ਪ੍ਰਕਾਰ ਦੀਆਂ ਛੰਦਾਂ ਦੀ ਚਾਲ ਪੌੜੀ ਦੇ ਵਿੱਚ ਹੋਇਆ ਕਰਦੀ ਹੈ। ਇਸ ਵਿੱਦਿਆ ਦਾ ਅੰਤ ਹੀ ਕੋਈ ਨਹੀਂ। ਸੋ ਇਸ ਪ੍ਰਕਾਰ ਜਿਵੇਂ ਆਪਾਂ ਆਸਾ ਕੀ ਵਾਰ ਦੀਆਂ ਪੌੜੀਆਂ ਪੜ੍ਹਦੇ ਹਾਂ, ਗਾਉਂਦੇ ਹਾਂ, ਸੁਣਦੇ ਵੀ ਹਾਂ, ਇਸੇ ਤਰ੍ਹਾਂ ਹੋਰ ਵਾਰਾਂ ਵੀ ਤੱਕੀਏ, ਛੰਦ ਔਰ ਮਾਤਰਾ ਦੇ ਹਿਸਾਬ ਨਾਲ ਕੋਈ ਪੰਗਤੀਆਂ ਲੰਮੀਆਂ ਨੇ, ਕੋਈ ਛੋਟੀਆਂ ਨੇ। ਇਉਂ ਪੌੜੀ ਦੀਆਂ ਕਿਸਮਾਂ ਅਨੇਕਾਂ ਹੀ ਨੇ, ਇਹਨਾਂ ਦਾ ਅੰਤ ਹੀ ਕੋਈ ਨਹੀਂ ਹੈ। ਅਤੇ ਇੱਕ ਇੱਕ ਕਿਸਮ ਨੂੰ ਢਾਡੀ ਕਈ ਤਰੀਕਿਆਂ ਨਾਲ ਗਾ ਜਾਂਦੇ ਨੇ। ਜਿਵੇਂ ਗਿਆਨੀ ਜੀ ਨੇ ਥੋੜ੍ਹਾ ਜਿਹਾ ਆਪ ਜੀ ਨੂੰ ਚਾਲ ਵਿੱਚ ਦਰਸਾਇਆ ਨਾ, ਇਸ ਚਾਲ ਵਿੱਚ ਵੀ ਅਤੇ ਹੋਰ ਵੀ ਅਨੇਕਾਂ ਚਾਲਾਂ ਵਿੱਚ ਢਾਡੀ ਇਸ ਨੂੰ ਗਾਉਂਦੇ ਨੇ। ਸੋ ਇਹ ਢਾਡੀ ਜਨਾਂ ਦਾ ਕਾਰਜ ਹੈ। ਸਤਿਗੁਰੂ ਮਹਾਰਾਜ ਨੇ ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਇਸ ਵਾਰ ਦੀਆਂ ਪੌੜੀਆਂ ਨੂੰ ਗਾਉਣ ਦਾ ਇਹ ਇੱਕ ਸਿਧਾਂਤ ਰੱਖਿਆ, ਇੱਕ ਤਰੀਕਾ ਰੱਖਿਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਆਪਾਂ ਜੁੜੀਏ। ਇਹ ਇੱਕ ਬਹੁਤ ਹੀ ਲੰਬੇਰਾ ਵਿਸ਼ਾ ਹੈ, ਜਿਹੜਾ ਲੰਮਾ ਟਾਈਮ ਵੀ ਲਵੇਗਾ। ਔਰ ਇਸੇ ਤਰ੍ਹਾਂ ਜੇ ਇੱਕ ਕਿਸਮ ਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਗਾਉਣ ਦੇ ਵੱਲੇ ਵੀ ਚੱਲੀਏ ਤਾਂ ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਤਰੀਕੇ ਆ ਜਾਂਦੇ ਨੇ। ਕਲੀ ਇੱਕ ਛੰਦ ਹੈ, ਅਤੇ ਕਲੀ ਨੂੰ ਕੋਈ ਗਾਇਕ ਕਿਸੇ ਤਰੀਕੇ ਨਾਲ ਗਾਉਂਦਾ ਹੈ, ਕੋਈ ਕਿਸੇ ਤਰੀਕੇ ਨਾਲ ਗਾਉਂਦਾ ਹੈ। ਉਹਦੀ ਮਾਤਰਾ ਵਿੱਚ, ਉਹਦੀ ਚਾਲ ਵਿੱਚ ਫਰਕ ਨਹੀਂ ਹੁੰਦਾ,
ਪਰ ਉਹਦੀ ਧੁਨ, ਉਹਦੀ ਤਰਜ ਦੇ ਵਿੱਚ ਕੋਈ ਕਿਸੇ ਤਰ੍ਹਾਂ ਆਪਣੀ ਸੁੰਦਰਤਾ ਨੂੰ ਵਧਾਉਣ ਵਾਸਤੇ ਤਬਦੀਲੀ ਕਰਦਾ ਹੈ। ਇਸੇ ਤਰ੍ਹਾਂ ਵਾਰਾਂ ਦਾ ਵੀ ਹੈ। ਜਦੋਂ ਆਪਾਂ ਢਾਡੀ ਸਿੰਘਾਂ ਕੋਲੋਂ ਵਾਰਾਂ ਸੁਣਦੇ ਹਾਂ ਤਾਂ ਕਿੱਡੀ ਸੁੰਦਰਤਾ ਦੇ ਨਾਲ ਤਰਜਾਂ ਲਾ ਕੇ ਢਾਡੀ ਸਾਨੂੰ ਸੁਣਾਉਂਦੇ ਨੇ। ਆਪਾਂ ਇਸ ਪਾਸੇ ਜ਼ਿਆਦਾ ਨਾ ਪਈਏ। ਜਿੰਨੀ ਬੇਨਤੀ ਕਰਨ ਦੀ ਜ਼ਰੂਰਤ ਹੈ ਸਾਧ ਸੰਗਤ ਜੀ, ਉਹ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਹੈ। ਆਓ ਗੁਰਬਾਣੀ ਦੇ ਪਾਠ ਨਾਲ ਔਰ ਜੋ ਪਾਠ ਬੋਧ ਹੈ ਉਹਦੇ ਨਾਲ ਜੁੜੀਏ ਜੀ। ਹਾਂਜੀ। ਗੌੜੀ ਕੀ ਵਾਰ ਮਹੱਲਾ ਪੰਜਵਾ। ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪੰਜਵਾ। ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਣ। ਤਿਸ ਜਨ ਕੈ ਬਲਿਹਾਰਣ ਜਿਨ ਭਜਿਆ ਪ੍ਰਭ ਨਿਰਵਾਣ। ਜਨਮ ਮਰਨ ਦੁਖ ਕੱਟਿਆ ਹਰ ਭੇਟਿਆ ਪੁਰਖ ਸੁਜਾਨ। ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ। ਮਹੱਲਾ ਪੰਜਵਾ। ਭਲਕੇ ਉਠ ਪਰਾ ਹੋਣਾ ਮੇਰਾ ਘਰ ਆਵੋ। ਪਾਉ ਪਖਾਲਾ ਤਿਸ ਕੇ ਮਨ ਤਾਨ ਨਿਤ ਭਾਵੋ। ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋ। ਗ੍ਰਹਿਓ ਧਨ ਸਭ ਪਵਿੱਤਰ ਹੋਏ। ਗ੍ਰਹਿਓ ਧਨ ਸਭ ਪਵਿੱਤਰ ਹੋਏ। ਹਰ ਕੇ ਗੁਣ ਗਾਵੋ ਹਰ ਨਾਮ ਵਪਾਰੀ। ਨਾਨਕਾ ਵਡ ਭਾਗੀ ਪਾਵੋ। ਪੌੜੀ। ਜੋ ਤੁਧ ਭਾਵੈ ਸੋ ਭਲਾ ਸਚ ਤੇਰਾ ਭਾਣਾ। ਤੂੰ ਸਭ ਮਹਿ ਏਕ ਵਰਤਦਾ ਸਭ ਮਾਹਿ ਸਮਾਣਾ। ਸਭ ਥਾਨ ਥਨੰਤਰ ਰਵ ਰਹਿਆ ਜੀ ਅੰਦਰ ਜਾਣਾ। ਥਾਨ ਥਨੰਤਰ ਰਵ ਰਹਿਆ ਜੀ ਅੰਦਰ ਜਾਣਾ। ਸਾਧ ਸੰਗ ਮਿਲ ਪਾਈਐ ਮਨ ਸੱਚੇ ਭਾਣਾ। ਨਾਨਕ ਪ੍ਰਭ ਸਰਨਾਗਤੀ ਸਾਧ ਸਦ ਕੁਰਬਾਣਾ। ਸ਼ਲੋਕ ਮਹੱਲਾ ਪੰਜਵਾ। ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਨਾਨਕ ਸਤਿਗੁਰ ਸੇਵ ਚੜ੍ਹ ਬੋਹਿਥ ਭਉ ਜਲ ਪਾਰ ਪਉ। ਮਹੱਲਾ ਪੰਜਵਾ। ਪਿੰਗਲ ਅਨੁਸਾਰ ਛੰਦਾਬੰਦੀ ਦੀ ਗੱਲ ਆਈ ਸੀ। ਹੁਣ ਇੱਥੇ ਮਹਾਰਾਜ ਦਾ ਇਹ ਸ਼ਲੋਕ ਆਪਾਂ ਪੜ੍ਹਿਆ ਹੈ, ਸੁਣਿਆ ਹੈ। ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਨਾਨਕ ਸਤਿਗੁਰ ਸੇਵ ਚੜ੍ਹ ਬੋਹਿਥ ਭਉ ਜਲ ਪਾਰ ਪਾਓ। ਜਿਹੜੇ ਥੋੜ੍ਹੇ ਅੱਖਰ ਨੇ ਪਹਿਲੇ ਅੱਧ ਵਿੱਚ ਨੇ, ਬਹੁਤੇ ਅੱਖਰ ਦੂਸਰੇ ਅੱਧ ਵਿੱਚ ਨੇ। ਬੇਸ਼ੱਕ ਸਤਿਗੁਰਾਂ ਨੇ ਲਿਖਿਆ ਇੱਥੇ ਸ਼ਲੋਕ ਹੈ। ਸ਼ਲੋਕ ਆਮ ਤੌਰ 'ਤੇ ਦੋਹਰੇ ਦੀ ਚਾਲ ਵਿੱਚ ਹੁੰਦਾ ਹੈ ਅਤੇ ਦੋਹਰਾ ਕੇਵਲ 2 ਪੰਗਤੀਆਂ ਦਾ ਹੁੰਦਾ ਹੈ। ਸ਼ਲੋਕ ਦੋਹਾਂ ਪੰਗਤੀਆਂ ਤੋਂ ਵੱਧ ਵੀ ਹੋ ਸਕਦਾ ਹੈ। ਅਤੇ ਜਿਹੜੀ ਇਹ ਚਾਲ ਹੈ ਇਹ ਛੰਦਾਬੰਦੀ ਦੇ ਵਿੱਚ ਸੋਰਠੇ ਦੀ ਚਾਲ ਹੈ। ਸੋਰਠਾ, ਜੇ ਸੋਰਠੇ ਨੂੰ ਉਲਟਾ ਦਈਏ ਦੋਹਰਾ ਬਣ ਜਾਂਦਾ ਹੈ। ਭਾਵ ਪਿਛਲੀ ਪੰਗਤੀ ਨੂੰ ਅੱਗੇ ਲੈ ਆਈਏ ਅਤੇ ਅਗਲੀ ਨੂੰ ਪਿੱਛੇ ਲੈ ਜਾਈਏ, ਉਹ ਦੋਹਰਾ ਬਣ ਜਾਵੇਗਾ। ਜਿਵੇਂ ਮਹਾਰਾਜ ਨੇ ਲਿਖਿਆ ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਜੇ ਹੁੰਦਾ ਕਿ ਸਾਹਿਬ ਸੱਚਾ ਸੋ ਧਣੀ ਚੇਤਾਈ ਤਾਂ ਚੇਤ, ਫਿਰ ਇਹ ਦੋਹਰੇ ਦਾ ਰੂਪ ਹੋਣਾ ਸੀ। ਇੱਥੇ ਹੁਣ ਇਹ ਸੋਰਠੇ ਦਾ ਰੂਪ ਹੈ। ਸੋਰਠੇ ਦਾ ਅੱਧ ਤੁਕਾਂਤ ਆਪਸ ਵਿੱਚ ਮਿਲਦਾ ਹੈ, ਆਖਰੀ ਤੁਕਾਂਤ ਆਪਸ ਵਿੱਚ ਮਿਲੇ ਨਾ ਮਿਲੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਇਹ ਇੱਕ ਬਹੁਤ ਡੂੰਘੀ ਵਿਦਿਆ ਹੈ ਜੀ ਪਿੰਗਲ ਦੀ। ਹਾਂਜੀ। ਸ਼ਲੋਕ ਮਹੱਲਾ ਪੰਜਵਾ। ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਨਾਨਕ ਸਤਿਗੁਰ ਸੇਵ ਚੜ੍ਹ ਬੋਹਿਥ ਭਉ ਜਲ ਪਾਰ ਪਉ। ਭਾਈ ਗੁਰਦਾਸ ਜੀ ਦੇ ਜਿੱਥੋਂ ਕਵਿਤ ਸ਼ੁਰੂ ਹੁੰਦੇ ਨੇ ਉੱਥੇ 6 ਦੋਹਰੇ ਅਤੇ 6 ਸੋਰਠੇ ਹਨ। ਤੁਸੀਂ ਕਦੀ ਵੀ ਦਰਸ਼ਨ ਕਰ ਸਕਦੇ ਹੋ। ਇਹ ਜੋ ਗਿਆਨੀ ਜੀ ਨੇ ਬਚਨ ਦੱਸਿਆ ਹੈ, ਦੋਹਰੇ ਦਾ ਸੋਰਠਾ ਬਣਿਆ, ਸੋਰਠੇ ਦਾ ਦੋਹਰਾ ਬਣਿਆ ਹੋਇਆ ਉੱਥੇ। ਬਿਲਕੁਲ ਕੋਈ ਅੱਖਰ ਵੱਧ ਘੱਟ ਨਹੀਂ। ਭਾਈ ਗੁਰਦਾਸ ਜੀ ਦੇ ਸ਼ੁਰੂਆਤ ਵਿੱਚ 6 ਹੀ ਦੋਹਰੇ ਅਤੇ 6 ਹੀ ਸੋਰਠੇ ਹਨ ਔਰ ਸੋਰਠੇ ਦਾ ਦੋਹਰਾ ਦੋਹਰੇ ਦਾ ਸੋਰਠਾ ਬਣਾਇਆ ਵਾ। ਇਸੇ ਤਰ੍ਹਾਂ ਸਾਰੀ ਜਗ੍ਹਾ 'ਤੇ ਨਿਯਮ ਬਣ ਜਾਂਦਾ ਹੈ। 9ਵੇਂ ਪਾਤਸ਼ਾਹ ਦੇ ਸ਼ਲੋਕਾਂ ਵਿੱਚ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇਹ ਵੀ ਸੋਰਠੇ ਦੀ ਚਾਲ ਹੈ। ਬਾਕੀ ਸਾਰੇ ਦੋਹਰਿਆਂ ਦੀ ਚਾਲ ਆਉਂਦੀ ਹੈ, ਇਸ ਸ਼ਲੋਕ ਵਿੱਚ ਸੋਰਠੇ ਦੀ ਚਾਲ ਆਉਂਦੀ ਹੈ। ਇਸੇ ਤਰ੍ਹਾਂ ਜੀ ਇੱਥੇ ਆਇਆ ਹੈ ਜੀ। ਹਾਂਜੀ। ਮਹੱਲਾ ਪੰਜਵਾ।
ਵਾਉ ਸੰਦੇ ਕੱਪੜੇ ਪਹਿਰਹਿ ਗਰਭ ਗਵਾਰ, ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਛਾਰ। ਪੌੜੀ ਸੇਈ ਉਬਰੇ ਜੱਗੈ ਵਿੱਚ, ਜੋ ਸੱਚਾ ਰੱਖੇ, ਮੋਹਿ ਡਿਠੈ ਤਿਨ ਕੈ ਜੀਵੀਐ, ਹਰ ਅੰਮ੍ਰਿਤ ਚਖੇ। ਕਾਮ ਕ੍ਰੋਧ ਲੋਭ ਮੋਹ, ਸੰਗ ਸਾਧਾ ਪਖੇ, ਕਰ ਕਿਰਪਾ ਪ੍ਰਭ ਆਪਣੀ, ਹਰ ਆਪ ਪਰਖੇ। ਕਾਮ ਕ੍ਰੋਧ ਲੋਭ ਮੋਹ, ਇੱਥੇ ਵਿਸਰਾਮ ਹੈ ਜੀ। ਕਾਮ ਕ੍ਰੋਧ ਲੋਭ ਮੋਹ, ਸੰਗ ਸਾਧਾ ਪਖੇ, ਕਰ ਕਿਰਪਾ ਪ੍ਰਭ ਆਪਣੀ, ਹਰ ਆਪ ਪਰਖੇ। ਨਾਨਕ ਚਲਤ ਨਾ ਜਾਪਣੀ, ਕੋ ਸਕੈ ਨਾ ਲਖੇ। ਸ਼ਲੋਕ ਮਹੱਲਾ ਪੰਜਵਾ। ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿਟ ਭਲੇਰੀ ਰੁੱਤ। ਮਹੱਲਾ ਪੰਜਵਾ। ਨਾਨਕ ਮਿਤਰਾਈ ਤਿਸ ਸਿਓ, ਸਭ ਕਿਛ ਜਿਸ ਕੈ ਹਾਥ, ਕੁਮਿਤਰਾ ਸੇਈ ਕਾਂਢੀਐ ਹੈ, ਇਕ ਵਿਖ ਨ ਚੱਲਹਿ ਸਾਥ। ਪੌੜੀ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਹੁ ਭਾਈ, ਜਿਸ ਸਿਮਰਤ ਸੁਖ ਪਾਈਐ, ਸਭ ਤਿਖਾ 부ਝਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁਖ ਰਹਿ ਨਾ ਕਾਈ। ਇੱਥੇ ਆਮ ਅਣਜਾਣਤ ਵਪਾਠੀ ਪਾਠ ਕਰ ਜਾਂਦੇ ਨੇ, ਕਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹਿ ਨਾ ਕਾਈ। ਕਿੱਡੀ ਵੱਡੀ ਇੱਕ ਗਲਤੀ ਹੈ ਕਿ ਸਾਨੂੰ ਗੁਰੂ ਦੀ ਭੁੱਖ ਨਾ ਰਹਿ ਜਾਵੇ। ਨਹੀਂ, ਇਉਂ ਨਹੀਂ ਪਾਠ ਕਰਨਾ। ਕਰ ਸੇਵਾ ਪਾਰ ਬ੍ਰਹਮ ਗੁਰ, ਇਸ ਪ੍ਰਕਾਰ ਵਿਸ਼ਰਾਮ ਲਾ ਕੇ ਪਾਠ ਕਰਨਾ ਹੈ ਜੀ, ਜਿਵੇਂ ਆਪ ਜੀ ਨੇ ਸੁਣਿਆ। ਕਰ ਸੇਵਾ ਪਾਰ ਬ੍ਰਹਮ ਗੁਰ, ਭੁਖ ਰਹਿ ਨਾ ਕਾਈ। ਸਗਲ ਮਨੋਰਥ ਪੁੰਨਿਆ, ਅਮਰਾ ਪਦ ਪਾਈ। ਤੁਧ ਜੇਵੜ ਤੂੰ ਹੈ ਪਾਰ ਬ੍ਰਹਮ, ਨਾਨਕ ਸਰਣਾਈ। ਸ਼ਲੋਕ ਮਹੱਲਾ ਪੰਜਵਾ। ਡਿਠੜੋ ਹਬ ਠਾਏ, ਊਣ ਨਾ ਕਾਈ ਜਾਏ, ਨਾਨਕ ਲੱਦਾ ਤਿਨ ਸੁਆਵ, ਜਿਨਾ ਸਤਿਗੁਰ ਭੇਟਿਆ। ਮਹੱਲਾ ਪੰਜਵਾ। ਦਾਮਨੀ ਚਮਤਕਾਰ, ਤਿਉ ਵਰਤਾਰਾ ਜਗ ਖੇ, ਵਥ ਸੁਹਾਵੀ ਸਾਇ, ਨਾਨਕ ਨਾਉ ਜਪੰਦੋ ਤਿਸ ਧਣੀ। ਪੌੜੀ ਸਿਮਰਤ ਸ਼ਾਸਤਰ ਸੋਧ ਸਭ, ਕਿਨੈ ਕੀਮ ਨਾ ਜਾਣੀ, ਜੋ ਜਨ ਭੇਟੈ ਸਾਧ ਸੰਗ, ਸੋ ਹਰ ਰੰਗ ਮਾਣੀ। ਸਾਧ ਸੰਗ ਜੋ ਜਨ ਭੇਟੈ ਸਾਧ ਸੰਗ, ਸੋ ਹਰ ਰੰਗ ਮਾਣੀ। ਸਚ ਨਾਮ ਕਰਤਾ ਪੁਰਖ, ਏਹ ਰਤਨਾ ਖਾਣੀ, ਮਸਤਕ ਹੋਵੈ ਲਿਖਿਆ, ਹਰ ਸਿਮਰ ਪ੍ਰਾਣੀ। ਤੂਸਾ ਦਿਚੈ ਸਚ ਨਾਮ, ਨਾਨਕ ਮਿਹਮਾਣੀ। ਸ਼ਲੋਕ ਮਹੱਲਾ ਪੰਜਵਾ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨ ਉਤਰੈ ਭੁਖ, ਨਾਨਕ ਸੱਚੇ ਨਾਮ ਬਿਨ, ਕਿਸੈ ਨ ਲੱਥੋ ਦੁਖ। ਮਹੱਲਾ ਪੰਜਵਾ। ਮੁਠੜੇ ਸੇਈ ਸਾਥ, ਜਿਨੀ ਸੱਚ ਨਾ ਲੱਦਿਆ, ਮੁਠੜੇ ਸੇਈ ਸਾਥ, ਜਿਨੀ ਸੱਚ ਨਾ ਲੱਦਿਆ, ਨਾਨਕ ਸੇ ਸਾਵਾਸ, ਜਿਨੀ ਗੁਰ ਮਿਲ ਇਕ ਪਛਾਣਿਆ। ਨਾਨਕ ਸੇ ਸਾਵਾਸ, ਜਿਨੀ ਗੁਰ ਮਿਲ ਇਕ ਪਛਾਣਿਆ। ਪੌੜੀ ਜਿਥੈ ਬੈਸਨ ਸਾਧ ਜਨ, ਸੋ ਥਾਨ ਸੁਹੰਦਾ, ਓਏ ਸੇਵਨ ਸਮ੍ਰਿਥ ਆਪਣਾ, ਬਿਨਸੈ ਸਭ ਮੰਦਾ। ਪਤਤ ਉਦਾਹਰਣ ਪਾਰ ਬ੍ਰਹਮ, ਸੰਤ ਵੇਦ ਕਹੰਦਾ, ਭਗਤ ਵਛਲ ਤੇਰਾ ਬਿਰਦ ਹੈ, ਜੁਗ ਜੁਗ ਵਰਤੰਦਾ। ਨਾਨਕ ਜਾਚੈ ਏਕ ਨਾਮ, ਮਨ ਤਨ ਭਾਵੰਦਾ। ਸ਼ਲੋਕ ਮਹੱਲਾ ਪੰਜਵਾ। ਚਿੜੀ ਚੁਹਕੀ ਪੋਹ ਫੁੱਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮ ਹੈ ਰੰਗ। ਮਹੱਲਾ ਪੰਜਵਾ। ਘਰ ਮੰਦਰ ਖੁਸ਼ੀਆ ਤਹੀ, ਜਹ ਤੂ ਆਵਹਿ ਚਿਤ, ਦੁਨੀਆ ਕੀਆ ਵਡਿਆਈਆ, ਨਾਨਕ ਸਭ ਕੋ ਮਿਤ। ਪੌੜੇ ਹਾਰ ਧਨ ਸੱਚੀ ਰਾਸ ਹੈ, ਕਿਨੈ ਵਿਰਲੈ ਜਾਤਾ, ਤਿਸੈ ਪ੍ਰਾਪਤ ਭਾਇ ਰਹੋ, ਜਿਸ ਦੇ ਵਿਧਾਤਾ। ਭਾਏ ਰਹੋ ਇਕੱਠਾ ਪਾਠ ਹੈ, ਜਿਵੇਂ ਭਾਈ ਸਾਹਿਬ ਜੀ ਕੋਲੋਂ ਆਪ ਜੀ ਨੇ ਸੁਣਿਆ। ਭਾਏ ਰਹੋ, ਇਉਂ ਵੱਖਰਾ ਵੱਖਰਾ ਨਹੀਂ ਕਰਨਾ। ਤਿਸੈ ਪ੍ਰਾਪਤ ਭਾਇ ਰਹੋ, ਜਿਸ ਦੇ ਵਿਧਾਤਾ, ਮਨ ਤਨ ਭੀਤਰ ਮੌਲਿਆ, ਹਰ ਸੰਗ ਹਰ ਰੰਗ ਜਨ ਰਾਤਾ। ਮਨ ਤਨ ਭੀਤਰ ਮੌਲਿਆ, ਹਰ ਰੰਗ ਜਨ ਰਾਤਾ, ਸਾਧ ਸੰਗ ਗੁਣ ਗਾਇਆ, ਸਭ ਦੁੱਖ ਹੈ ਖਾਤਾ। ਨਾਨਕ ਸੋਈ ਜੀਵਿਆ, ਜਿਨ ਇੱਕ ਪਛਾਤਾ। ਸ਼ਲੋਕ ਮਹੱਲਾ ਪੰਜਵਾ।
ਖਖੜੀਆ ਸੁਹਾਵੀਆ ਲੱਗੜੀਆ ਅੱਕ ਕੰਠ ਬਿਰਹਿ ਵਿਛੋੜਾ ਧਨੀ ਸਿਆਓ ਨਾਨਕ ਸਹਸੈ ਗੰਠ। ਸ਼ਲੋਕ ਮਹੱਲਾ ਪੰਜਵਾ। ਖਖੜੀਆ ਸੁਹਾਵੀਆ ਲੱਗੜੀਆ ਅੱਕ ਕੰਠ ਬਿਰਹਿ ਵਿਛੋੜਾ ਧਨੀ ਸਿਆਓ ਨਾਨਕ ਸਹਸੈ ਗੰਠ। ਮਹੱਲਾ ਪੰਜਵਾ। ਵਿਸਾਰੇ ਦੇ ਮਰ ਗਏ ਮਰ ਭੇ ਨਾ ਸਕਹਿ ਮੂਲ ਵੇ ਮੁਖ ਹੋਏ RAM ਤੇ ਜਿਉ ਤਸਕਰ ਉੱਪਰ ਸੂਲ। ਪੌੜੀ। ਸੁਖ ਨਿਧਾਨ ਪ੍ਰਭ ਏਕ ਹੈ ਅਬਿਨਾਸੀ ਸੁਣਿਆ ਜਲ ਥਲ ਮਹੀਅਲ ਪੂਰਿਆ ਘਟ ਘਟ ਹਰ ਭਣਿਆ। ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਧਪੋ ਸਭ ਤਿਸਦੈ ਜਣਿਆ। ਤੁਸ ਨਾਨਕ ਦੇਵੈ ਜਿਸ ਨਾਮ ਤਿਨ ਹਰ ਰੰਗ ਮਣਿਆ। ਸ਼ਲੋਕ ਮਹੱਲਾ ਪੰਜਵਾ। ਜਿਨਾ ਸਾਸ ਗਿਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਮਹੱਲਾ ਪੰਜਵਾ। ਅਠੇ ਪਹਿਰ ਪੌਦਾ ਫਿਰੈ ਖਾਵਨ ਸੰਦੜੈ ਸੂਲ ਦੋਜਕ ਪੌਦਾ ਕਿਉ ਰਹੈ ਜਾ ਚਿਤ ਨ ਹੋਇ ਰਸੂਲ। ਪੌੜੀ। ਤਿਸੈ ਸਰੇਵਹੁ ਪ੍ਰਾਣੀ ਹੋ ਜਿਸਦੈ ਨਾਉ ਪੱਲੈ ਐਥੈ ਰਹੋ ਸੁਹੇਲਿਆ ਅੱਗੇ ਨਾਲ ਚੱਲੈ ਘਰ ਬੰਧੋ ਸਚ ਧਰਮ ਕਾ ਗੱਡ ਥੰਮ ਅਹੱਲੈ। ਓਟ ਲੈ ਹੋ ਨਾਰਾਇਣੈ ਦੀਨ ਦੁਨੀਆ ਝੱਲੈ ਨਾਨਕ ਪਕੜੈ ਚਰਨ ਹਾਰ ਤਿਸ ਦਰਗਹਿ ਮੱਲੈ। ਨਾਨਕ ਪਕੜੇ ਚਰਨ ਹਾਰ। ਨਾਨਕ ਪਕੜੈ ਚਰਨ ਹਾਰ ਨਾਨਕ ਪਕੜੇ ਚਰਨ ਹਾਰ ਨਾਨਕ ਪਕੜੇ ਚਰਨ ਹਾਰ ਤਿਸ ਦਰਗਹਿ ਮੱਲੈ। ਸ਼ਲੋਕ ਮਹੱਲਾ ਪੰਜਵਾ। ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਵਨਹਾਰ ਦਾਤਾਰ ਮੈਂ ਨਿਤ ਚਿਤਾਰਿਆ ਨਿਖੁੱਟ ਨ ਜਾਈ ਮੂਲ ਅਤੁਲ ਭੰਡਾਰਿਆ। ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ। ਮਹੱਲਾ ਪੰਜਵਾ। ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ। ਪੌੜੀ। ਉਥੈ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਣੇ ਜਮ ਕੈ ਪੰਥ ਨ ਪਾਈਐ ਫਿਰ ਨਾਹੀ ਮਰਣੇ। ਜਿਸਨੂੰ ਆਇਆ ਪ੍ਰੇਮ ਰਸ ਤਿਸੈ ਹੀ ਜਰਣੇ ਬਾਣੀ ਉਚਰਹਿ ਸਾਧ ਜਨ ਅਮਿਓ ਚੱਲਹਿ ਚਰਣੇ। ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਣੇ। ਸ਼ਲੋਕ ਮਹੱਲਾ ਪੰਜਵਾ। ਸਤਿਗੁਰ ਪੂਰੈ ਸੇਵਿਐ ਦੁਖਾ ਕਾ ਹੋਇ ਨਾਸ ਨਾਨਕ ਨਾਮ ਅਰਾਧਿਐ ਕਾਰਜ ਆਵੈ ਰਾਸ। ਮਹੱਲਾ ਪੰਜਵਾ। ਇੱਥੇ ਪਾਠੀ ਸਿੰਘਾਂ ਦੀ ਜੋ ਆਮ ਗਲਤੀ ਸੁਣਨ ਨੂੰ ਮਿਲਦੀ ਹੈ ਸੇਵੀਐ ਤੇ ਅਰਾਧਿਐ ਪਾਠ ਕਰ ਜਾਂਦੇ ਨੇ ਕਿ ਸਤਿਗੁਰ ਪੂਰੈ ਸੇਵੀਐ। ਨਹੀਂ, ਸੇਵੀਐ ਨਹੀਂ ਹੈ, ਸੇਵਿਐ ਸੇਵਾ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਅਰਾਧਿਐ ਅਰਾਧਨ ਦੇ ਨਾਲ। ਸੋ ਇਉਂ ਸਿਹਾਰੀਆਂ ਦਾ ਖਿਆਲ ਰੱਖ ਕੇ ਪਾਠ ਕਰਨਾ। ਸਤਿਗੁਰ ਪੂਰੈ ਸੇਵਿਐ ਦੁਖਾ ਕਾ ਹੋਏ ਨਾਸ ਨਾਨਕ ਨਾਮ ਅਰਾਧਿਐ ਕਾਰਜ ਆਵੈ ਰਾਸ। ਇਹ ਖਿਆਲ ਰੱਖਣਾ ਜੀ। ਹਾਂਜੀ ਚਲੋ ਜੀ। ਸ਼ਲੋਕ ਮਹੱਲਾ ਪੰਜਵਾ। ਸਤਿਗੁਰ ਪੂਰੈ ਸੇਵਿਐ ਦੁਖਾ ਕਾ ਹੋਇ ਨਾਸ ਨਾਨਕ ਨਾਮ ਅਰਾਧਿਐ ਕਾਰਜ ਆਵੈ ਰਾਸ। ਮਹੱਲਾ ਪੰਜਵਾ। ਜਿਸ ਸਿਮਰਤ ਸੰਕਟ ਛੁਟਹਿ ਆਨੰਦ ਮੰਗਲ ਬਿਸਰਾਮ ਨਾਨਕ ਜਪੀਐ ਸਦਾ ਹਰ ਨਿਮਖ ਨ ਬਿਸਰਾਉ ਨਾਮ। ਪੌੜੀ। ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰ ਹਰ ਲੱਦਾ ਸਾਧਾ ਸਰਣੀ ਜੋ ਪਵੈ ਸੋ ਛੁਟੈ ਬੱਧਾ। ਗੁਣ ਗਾਵੈ ਅਬਨਾਸੀਐ ਜੋਨ ਗਰਭ ਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁਝ ਸਮੱਦਾ। ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ। ਸ਼ਲੋਕ ਮਹੱਲਾ ਪੰਜਵਾ। ਇਹ ਗੁਰ ਭੇਟਿਆ ਪਾਰ ਬ੍ਰਹਮ ਹਰ ਗਿਆਨੀ ਜੀ ਨੇ ਵਿਸਰਾਮ ਠੀਕ ਲਾਇਆ ਹੈ। ਪਰ ਆਮ ਪਾਠੀ ਸਿੰਘ ਜਦੋਂ ਪਾਠ ਕਰਦੇ ਹੁੰਦੇ ਆ ਵੇਗ ਦੇ ਵਿੱਚ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁਝ ਸਮਝਦਾ ਇੱਦਾਂ ਪੜ ਜਾਂਦੇ ਹਰ ਨੂੰ ਦੂਜੇ ਪਾਸੇ ਲਾ ਜਾਂਦੇ। ਪਰ ਇੱਥੇ ਵਿਸਰਾਮ ਇਸੇ ਤਰ੍ਹਾਂ ਹੀ ਠੀਕ ਹੈ। ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁਝ ਸਮਝਦਾ।
ਗੁਰ ਭੇਟਿਆ ਪਾਰ ਬ੍ਰਹਮ ਹਾਰ, ਪੜ ਬੁੱਝ ਸਮੱਦਾ, ਨਾਨਕ ਪਾਇਆ ਸੋ ਧਣੀ, ਹਰ ਅਗਮ ਅਗੱਦਾ। ਸ਼ਲੋਕ ਮਹੱਲਾ ਪੰਜਵਾ। ਕਾਮ ਨਾ ਕਰਹੀ ਆਪਣਾ, ਫਿਰ ਹੈ ਅਵਤਾ ਲੋਏ, ਨਾਨਕ ਨਾਏ ਵਿਸਾਰਿਐ, ਸੁਖ ਕਨੇਹਾ ਹੋਏ। ਮਹੱਲਾ ਪੰਜਵਾ। ਇਹ ਅਵਤਾ ਵੀ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ, ਅਵਤਾ ਕਰਕੇ ਨਹੀਂ ਕਰਨਾ। ਜੋ ਭੁਲੇਖਾ ਆਮ ਤੌਰ 'ਤੇ ਪਾਠੀ ਸਿੰਘਾਂ ਤੋਂ ਹੁੰਦਾ ਹੈ, ਫਿਰ ਹੈ ਅਵਤਾ ਲੋਏ, ਇਹ ਠੀਕ ਹੈ ਪਾਠ। ਮਹੱਲਾ ਪੰਜਵਾ। ਬਿਖੈ ਕੌੜਤਨ ਸਗਲ ਮਾਹੇ, ਜਗਤ ਰਹੀ ਲਪਟਾਏ, ਨਾਨਕ ਜਨ ਵਿਚਾਰਿਆ, ਮੀਠਾ ਹਰਿ ਕਾ ਨਾਉ। ਪੌੜੀ। ਇਹ ਨੀਸਾਣੀ ਸਾਧਕੀ, ਜਿਸ ਭੇਟਤ ਤਰੀਐ, ਜਮ ਕੰਕਰ ਨੇੜ ਨਾ ਆਵਈ, ਫਿਰ ਬਹੁੜ ਨਾ ਮਰੀਐ। ਭਵ ਸਾਗਰ ਸੰਸਾਰ ਬਿਖ, ਸੋ ਪਾਰ ਉਤਰੀਐ। ਹਰ ਗੁਣ ਗੁੰਫੋ ਮਨ ਮਾਲ, ਹਰ ਸਭ ਮਲ ਪਰ ਹਰੀਐ, ਨਾਨਕ ਪ੍ਰੀਤਮ ਮਿਲ ਰਹੈ, ਪਾਰ ਬ੍ਰਹਮ ਨਰ ਹਰੀਐ। ਹਾਂਜੀ, ਨਾਨਕ ਪ੍ਰੀਤਮ ਮਿਲ ਰਹੇ, ਰਹਿ ਨਹੀਂ ਰਹੇ। ਹਾਂਜੀ, ਹਰ ਗੁਣ ਗੁੰਫੋ ਮਨ ਮਾਲ, ਹਰ ਸਭ ਮਲ ਪਰ ਹਰੀਐ, ਨਾਨਕ ਪ੍ਰੀਤਮ ਮਿਲ ਰਹੇ, ਪਾਰ ਬ੍ਰਹਮ ਨਰ ਹਰੀਐ। ਸ਼ਲੋਕ ਮਹੱਲਾ ਪੰਜਵਾ। ਨਾਨਕ ਆਏ ਸੇ ਪਰਵਾਣ ਹੈ, ਜਿਨ ਹਰ ਉਠਾ ਚਿੱਤ, ਗਾਲੀ ਅਲਪ ਲਾਲੀਆ, ਕੰਮ ਨ ਆਵਹਿ ਮਿਤ। ਮਹੱਲਾ ਪੰਜਵਾ। ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ, ਪੂਰਨ ਅਗਮ ਬਿਸਮਾਦ, ਨਾਨਕ RAM ਨਾਮ ਧਨ ਕੀਤਾ, ਪੂਰੇ ਗੁਰ ਪ੍ਰਸਾਦ। ਪੌੜੀ। ਧੋਹ ਨਾ ਚੱਲੀ ਖਸਮ ਨਾਲ, ਲੱਭ ਮੋਹ ਵਿਗੁੱਤੇ, ਕਰਤਬ ਕਰਨ ਭਲੇਰਿਆ, ਮਦ ਮਾਇਆ ਸੁੱਤੇ। ਫਿਰ ਜੂਨ ਭਵਾਈਅਨ, ਜਮ ਮਾਰਗ ਮੁੱਤੇ, ਕੀਤਾ ਪਾਇਨ ਆਪਣਾ, ਦੁਖ ਸੇਤੀ ਜੁੱਤੇ, ਨਾਨਕ ਨਾਏ ਵਿਸਾਰਿਐ, ਸਭ ਮੰਦੀ ਰੁੱਤੇ। ਸ਼ਲੋਕ ਮਹੱਲਾ ਪੰਜਵਾ। ਉਠੰਦਿਆ ਬਹੰਦਿਆ ਸਵੰਦਿਆ, ਸੁਖ ਸੋਏ, ਨਾਨਕ ਨਾਮ ਸਲਾਹਿਐ, ਮਨ ਤਨ ਸੀਤਲ ਹੋਏ। ਮਹੱਲਾ ਪੰਜਵਾ। ਲਾਲਚ ਅਟਿਆ ਨਿਤ ਫਿਰੈ, ਸੁਆਰਥ ਕਰੇ ਨਾ ਕੋਇ, ਜਿਸ ਗੁਰ ਭੇਟੈ ਨਾਨਕਾ, ਤਿਸ ਮਨ ਵਸਿਆ ਸੋਏ। ਪੌੜੀ। ਸਭੇ ਵਸਤੂ ਕੌੜੀਆ, ਸੱਚੇ ਨਾਉ ਮਿੱਠਾ, ਸਾਧ ਆਇਆ ਤਿਨ ਹਰ ਜਣਾ, ਚਖ ਸਾਧੀ ਡਿਠਾ। ਪਾਰ ਬ੍ਰਹਮ ਜਿਸ ਲਿਖਿਆ, ਮਨ ਤਿਸੈ ਬੁੱਠਾ, ਇਕ ਨਿਰੰਜਨ ਰਵ ਰਹਿਆ, ਭਾਉ ਦੁਇਆ ਕੁੱਠਾ। ਹਰ ਨਾਨਕ ਮੰਗੈ ਜੋੜ ਕਾਰ, ਪ੍ਰਭ ਦੇਵੈ ਤੁਠਾ। ਸ਼ਲੋਕ ਮਹੱਲਾ ਪੰਜਵਾ। ਜਾਚੜੀ ਸਾਰ, ਜੋ ਜਾਚੰਦੀ ਹੇਕੜੋ, ਗਾਲੀ ਵਿਆ ਵਿਕਾਰ, ਨਾਨਕ ਧਣੀ ਵਿਹੂਣੀਆ। ਮਹੱਲਾ ਪੰਜਵਾ। ਨੀਹ ਜੇ ਵਿਦਾ ਮਨ, ਪਛਾਣੂ ਵਿਰਲੋ ਥਿਓ, ਜੋੜ ਨਹਾਰਾ ਸੰਤ, ਨਾਨਕ ਪਾਦਰ ਪੱਧਰੋ। ਪੌੜੀ। ਸੋਈ ਸੇਵਿਹੁ ਜੀਅੜੇ, ਦਾਤਾ ਬਖਸ਼ਿੰਦ, ਕਿਲ ਵਿਖ ਸਭ ਬਿਨਾਸ਼ ਹੋਣ, ਸਿਮਰਤ ਗੋਵਿੰਦ। ਹਰ ਮਾਰਗ ਸਾਧੂ ਦਸਿਆ, ਜਪੀਐ ਗੁਰਮੰਤ, ਮਾਇਆ ਸੁਆਦ ਸਭ ਫਿਕਿਆ, ਮਨ ਹਰ ਮਨ ਪਾਵੰਦ। ਮਾਇਆ ਸੁਆਦ ਸਭ ਫਿਕਿਆ, ਹਰ ਮਨ ਪਾਵੰਦ, ਧਿਆਏ ਨਾਨਕ ਪਰਮੇਸ਼ਰੈ, ਜਿਨ ਦਿੱਤੀ ਜਿੰਦ। ਸ਼ਲੋਕ ਮਹੱਲਾ ਪੰਜਵਾ। ਵਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ, ਤਿਸ ਹੈ ਪ੍ਰਾਪਤ ਨਾਨਕਾ, ਜਿਸਨੂੰ ਲਿਖਿਆ ਆਏ। ਮਹੱਲਾ ਪੰਜਵਾ। ਮੰਗਣਾ ਤਾਂ ਸੱਚ ਇੱਕ, ਜਿਸ ਮੰਗਣਾ ਗੱਗਾ ਸਪਸ਼ਟ ਹੋਵੇ, ਇਹ ਮੰਗਣਾ ਨਾ ਬਣ ਜਾਵੇ, ਇਹ ਖਿਆਲ ਰੱਖਿਓ। ਆਮ ਤੌਰ 'ਤੇ ਇਹੋ ਜਿਹੀਆਂ ਗਲਤੀਆਂ ਆਪਣੇ ਕੋਲੋਂ ਹੁੰਦੀਆਂ ਨੇ। ਮੰਗਣਾ ਨਹੀਂ ਕਹਿਣਾ, ਮੰਗਣਾ ਗੱਗੇ ਨਾਲ। ਹਾਂਜੀ। ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ, ਜਿਤ ਖਾਧੈ ਮਨ ਤ੍ਰਿਪਤੀਐ, ਨਾਨਕ ਸਾਹਿਬ ਦਾਤ। ਪੌੜੀ। ਲਾਹਾ ਜਗ ਮਹਿ ਸੇਖਟ ਹੈ, ਜਿਨ ਹਰ ਧਨ ਰਾਸ, ਦੁਤੀਆ ਭਾਉ ਨਾ ਜਾਣਨੀ, ਸੱਚੇ ਦੀ ਆਸ। ਦੁਤੀਆ ਭਾਉ ਨਾ ਜਾਣਨੀ, ਦੁਤੀਆ ਭਾਉ ਨਾ ਜਾਣਨੀ, ਜਾਣਨੀ। ਦੁਤੀਆ ਭਾਉ ਨਾ ਜਾਣਨੀ, ਸੱਚੇ ਦੀ ਆਸ। ਹਾਂਜੀ,
ਠੀਕ ਹੈ। ਨਿਹਚਲ ਇੱਕ ਸਰੇਵਿਆ ਹੋਰ ਸਭ ਵਿਨਾਸ਼, ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ। ਨਿਹਚਲ ਏਕ ਸਰੇਵਿਆ, ਨਿਹਚਲ ਏਕ ਸਰੇਵਿਆ ਹੋਰ ਸਭ ਵਿਨਾਸ਼, ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ। ਕੰਠ ਲਾਏ ਜਨ ਰਖਿਆ ਨਾਨਕ ਬਲ ਜਾਸ। ਸ਼ਲੋਕ ਮਹੱਲਾ ਪੰਜਵਾ। ਪਾਰ ਬ੍ਰਹਮ ਫੁਰਮਾਇਆ ਮੀਹੁ ਬੁੱਠਾ ਸਹਿਜ ਸੁਭਾਏ। ਅੰਨ ਧਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤਿਪਤ ਅਗਾਏ। ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਿਆ ਬਿਲਾਏ। ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜਾਏ। ਪਰਮੇਸ਼ਰ ਜੀ ਵਾਲਿਆ ਨਾਨਕ ਤਿਸੈ ਧਿਆਏ। ਮਹੱਲਾ ਪੰਜਵਾ। ਜੀਵਨ ਪਦ ਨਿਰਵਾਣ ਇੱਕੋ ਸਿਮਰੀਐ ਦੂਜੀ ਨਾਹੀ ਜਾਏ। ਕਿਨ ਬਿਦ ਧੀਰੀਐ ਡਿਠਾ ਸਭ ਸੰਸਾਰ। ਸੁਖ ਨਾ ਨਾਮ ਬਿਨ ਤਨ ਧਨ ਹੋਸੀ ਛਾਰ। ਜਾਣੈ ਕੋਇ ਜਾਣਾ ਰੰਗ ਰੂਪ ਰਸ ਬਾਦ ਕੇ ਕਰਹਿ ਪ੍ਰਾਣੀਆਂ। ਜਿਸ ਭੁਲਾਏ ਆਪ ਤਿਸ ਕਾਲ ਨਹੀਂ ਜਾਣੀਆਂ। ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਣ ਦੁਆਰ। ਜੇ ਤੁਧ ਭਾਵਹੀ ਮਪੌੜੀ ਜੰਮਣ ਮਰਨ ਨਾ ਤਿਨ ਕਉ। ਜੋ ਹਰ ਲੜ ਲਾਗੇ ਜੀਵਤ ਸੇ ਪਰਵਾਣ ਹੋਏ। ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ। ਸੇਈ ਵੱਡ ਭਾਗੇ ਨਾਏ ਵਿਸਰਿਆ ਤ੍ਰਿਗ ਜੀਵਣਾ ਟੂਟੇ ਕਚ ਧਾਗੇ। ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ। ਸ਼ਲੋਕ ਮਹੱਲਾ ਪੰਜਵਾ। ਧਰਨ ਸੁਵੰਨੀ ਖਾੜ ਰਤਨ ਜੜਾਵੀ। ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਜ ਸੁਹੇਲੜੇ ਥੀਏ। ਗੁਰ ਨਾਨਕ ਸਤਿਗੁਰ ਤੁਠਾ। ਮਹੱਲਾ ਪੰਜਵਾ। ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨ ਰਾਏ। ਜਿੱਥੈ ਡਿਠਾ ਮਿਰਤ ਕੋ ਜਿੱਥੈ ਡਿਠਾ ਮਿਰਤ ਕੋ ਇਲ ਬੈਠੀ ਆਏ। ਪੌੜੀ। ਜਿੱਥੈ ਡਿਠਾ ਮਿਰਤ ਕੋ ਇਲ ਬੈਠੀ ਆਏ। ਇਹ ਪਾਠ ਜਿਵੇਂ ਆਪ ਜੀ ਨੇ ਸੁਣਿਆ ਹੈ ਇਵੇਂ ਚੇਤੇ ਰੱਖਣਾ। ਮਿਰਤ ਤੇ ਕੋਇਲ ਨਹੀਂ ਬਣਾ ਦੇਣਾ ਕਿ ਜਿੱਥੇ ਡਿੱਠਾ ਮਿਰਤ ਕੋਇਲ ਬੈਠੀ ਆਏ, ਇਉਂ ਨਹੀਂ ਕਰਨਾ। ਜਿੱਥੈ ਡਿੱਠਾ ਮਿਰਤ ਕੋ ਇਲ ਬੈਠੀ ਆਏ। ਹਾਂਜੀ। ਜਿੱਥੈ ਡਿਠਾ ਮਿਰਤ ਕੋ ਇਲ ਬੈਠੀ ਆਏ। ਪੌੜੀ। ਜਿਸ ਸਰਬ ਸੁਖਾ ਫਲ ਲੋੜੀਆ ਹੈ ਸੋ ਸੱਚ ਕਮਾਵੋ। ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ। ਹੋਏ ਸਗਲ ਕੀ ਰੇਣੁਕਾ ਹਰ ਸੰਗ ਸਮਾਵੋ। ਦੁਖ ਨਾ ਦੇਈ ਕਿਸੈ ਜੀ ਪਤ ਸਿਉ ਘਰ ਜਾਵੋ। ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ। ਸ਼ਲੋਕ ਦੋਹਾ ਮਹੱਲਾ ਪੰਜਵਾ। ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ। ਜਿਉ ਹਮਾਰਾ ਖੰਨੀਐ ਹਰ ਮਾਨ ਤਾਨ ਸੰਦੜੀ ਵਥ। ਮਹੱਲਾ ਪੰਜਵਾ। ਜੇ ਕਰ ਗਹ ਹੈ ਪਿਆਰੜੇ ਤੁਧ ਨਾ ਛੋਡਾ ਮੂਲ। ਹਰ ਛੋਡਨ ਸੇ ਦੁਰਜਨਾ ਪੜ੍ਹੈ ਦੋਜਕ ਕੈ ਸੂਲ। ਪੜ੍ਹੈ ਪੋਲਾ। ਹਰ ਛੋਡਨ ਸੇ ਦੁਰਜਨਾ ਪੜ੍ਹੈ ਦੋਜਕ ਕੈ ਸੂਲ। ਪੌੜੀ। ਸਭ ਨਿਧਾਨ ਘਰ ਜਿਸ ਦੈ ਹਰ ਕਰੇ ਸੋ ਹੋਵੈ। ਜਪ ਜਪ ਜੀਵੈ ਸੰਤ ਜਨ ਪਾਪਾ ਮਲ ਧੋਵੈ। ਚਰਨ ਕਮਲ ਹਿਰਦੈ ਵਸਹਿ ਸੰਕਟ ਸਭ ਖੋਵੈ। ਗੁਰ ਪੂਰਾ ਜਿਸ ਭੇਟੀਐ ਮਰ ਜਨਮ ਨਾ ਰੋਵੈ। ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ। ਸ਼ਲੋਕ ਦੱਖਣਾ ਮਹੱਲਾ ਪੰਜਵਾ। ਭੂਰੀ ਭਰਮ ਵੰਜਾਏ ਪਿਰੀ ਮੁਹੱਬਤ ਹਿਕ ਤੂ। ਜਿਤਹੁ ਵੰਜੈ ਜਾਏ ਤੇ ਥਾਉ ਮੌਜੂਦ ਸੋਏ। ਮਹੱਲਾ ਪੰਜਵਾ। ਚੜ ਕੈ ਘੋੜੜਾ ਕੁੰਦੇ ਪਕੜ ਹੈ ਖੂੰਡੀ ਦੀ ਖੇਡਾਰੀ। ਹੰਸਾ ਸੇਤੀ ਚਿਤ ਉਲਸ ਹੈ ਕੁੱਕੜ ਦੀ ਓਡਾਰੀ। ਪੌੜੀ। ਰਸਨਾ ਉਚਰੈ ਹਰ ਸ਼ਰਵਣੀ ਸੁਣੈ ਸੋ ਉਦਰੈ ਮਿੱਤਾ। ਹਰ ਜਸ ਲਿਖ ਹੈ ਲਾਏ ਭਾਵਣੀ ਸੇ ਹਸਤ ਪਵਿੱਤਾ। 68 ਤੀਰਥ ਮੱਜਨਾ ਸਭ ਪੁੰਨ ਤਿਨ ਕੀਤਾ। ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ। ਨਾਨਕ ਲੜ ਲਾਏ ਉਧਾਰਿਆਨ ਦਈਓ ਸੇਵ ਅਮਿਤਾ। ਸ਼ਲੋਕ ਮਹੱਲਾ ਪੰਜਵਾ। ਧੰਦੜੇ ਕੁਲਾਹ ਚਿਤ ਨ ਆਵੈ ਹੇਕੜੋ। ਨਾਨਕ ਸੇਈ ਤਨ ਫੁਟਨ ਜਿਨ੍ਹਾਂ ਸਾਈ ਵਿਸਰੈ। ਮਹੱਲਾ ਪੰਜਵਾ।
ਪ੍ਰੇਤਹੁ ਕੀ ਤੋਨ ਦੇਵਤਾ ਤਿਨ ਕਰਣੈ ਹਾਰੇ ਸਭੇ ਸਿੱਖ ਉਬਾਰਿਆਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹਿ ਸਭ ਤਿਸੈ ਕਰਣਾ ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਣਾ ਹਸਤ ਦੇ ਪ੍ਰਤਪਾਲ ਦਾ ਭਰਨ ਪੋਖਣ ਕਰਣਾ ਮਿਹਰਵਾਨ ਬਖਸ਼ਿੰਦ ਆਪ ਜਪ ਸੱਚੇ ਤਰਣਾ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਣਾ ਸ਼ਲੋਕ ਮਹੱਲਾ ਪੰਜਵਾ ਤਿਨਾ ਭੁੱਖ ਨਾ ਕਾਰਹੀ ਜਿਸ ਦਾ ਪ੍ਰਭ ਹੈ ਸੋਏ ਤਿਨਾ ਭੁੱਖ ਨਾ ਕਾਰਹੀ ਜਿਸ ਦਾ ਪ੍ਰਭ ਹੈ ਸੋਏ ਕਾ ਰਹੀ ਵੱਖਰਾ ਵੱਖਰਾ ਤਿਨਾ ਭੁੱਖ ਨਾ ਕਾ ਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਣੀ ਲੱਗਿਆ ਉਧਰੈ ਸਭੋ ਕੋਏ ਮਹੱਲਾ ਪੰਜਵਾ ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜ ਮਾਨ ਤਿਸ ਹੈ ਭੁੱਖ ਨਾ ਮੂਲ ਪੌੜੀ ਮਨ ਰਤਾ ਗੋਵਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਆਓ ਏ ਹਸਤੀ ਘੋੜੇ ਰਾਜ ਮਿਲਖ ਖੁਸ਼ੀਆ ਘਣੀ ਧਿਆਏ ਮੁਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਏਹੋ ਨਿਤ ਪ੍ਰਭ ਕੋ ਲੋੜੇ ਮਨ ਰਤਾ ਗੋਵਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਆਓ ਏ ਹਸਤੀ ਘੋੜੇ ਰਾਜ ਮਿਲਖ ਖੁਸ਼ੀਆ ਘਣੀ ਧਿਆਏ ਮੁਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਏਹੋ ਨਿਤ ਪ੍ਰਭ ਕਉ ਲੋੜੇ ਸੁਧ ਕੀਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।